ਡਾਕਟਰ ਅਜੈਬ ਸਿੰਘ ਲਿਖਿਤ ਪੁਸਤਕ ਮਾਨਸਿਕ ਉਲਝਣਾਂ ਤੇ ਸੁਝਾਅ ਦੇ ਦੂਜੇ ਭਾਗ ਦਾ ਲੇਖ ਹੈ ਮਨ ਦੇ ਟਿਕਾ ਲਈ ਮੰਤਰ। ਮੰਤਰ ਇੱਕ ਪਵਿੱਤਰ ਸ਼ਕਤੀਸ਼ਾਲੀ ਸ਼ਬਦ ਹੁੰਦਾ ਹੈ। ਜਦੋਂ ਅਸੀਂ ਕਿਸੇ ਯੋਗ ਅਧਿਆਪਕ ਜਾਂ ਗੁਰੂ ਕੋਲੋਂ ਮੰਤਰ ਪ੍ਰਾਪਤ ਕਰਦੇ ਹਾਂ ਤਾਂ ਸਮਝੋ ਕਿ ਅਸੀਂ ਇੱਕ ਮਹਾਨ ਸ਼ਕਤੀ ਪ੍ਰਾਪਤ ਕਰ ਲਈ ਹੈ। ਮੰਤਰ ਸਾਡੇ ਜੀਵਨ ਵਿੱਚ ਇੱਕ ਅਨਮੋਲ ਚੀਜ਼ ਵਾਂਗ ਹੁੰਦਾ ਹੈ। ਸਾਨੂੰ ਜੀਵਨ ਵਿੱਚ ਹਰ ਇੱਕ ਚੀਜ਼ ਨਿਰਾਸ਼ ਕਰ ਸਕਦੀ ਹੈ, ਪਰ ਪਵਿੱਤਰ ਮੰਤਰ ਕਦੇ ਵੀ ਨਿਰਾਸ਼ ਨਹੀਂ ਕਰੇਗਾ। ਇਸ ਮੰਤਰ ਨੂੰ ਕੇਵਲ ਧਾਰਮਿਕ ਪੱਖ ਤੋਂ ਨਾ ਦੇਖੋ, ਇਸ ਮੰਤਰ ਦੀ ਕੀਮਤ ਨੂੰ ਅਭਿਆਸ ਦੇ ਪੱਖ ਤੋਂ ਸਮਝਣਾ ਚਾਹੀਦਾ ਹੈ। ਜਿਵੇਂ ਅਸੀਂ ਧਰਤੀ 'ਚ ਇੱਕ ਬੀਜ ਬੀਜਦੇ ਹਾਂ, ਕੁਝ ਸਮੇਂ ਬਾਅਦ ਇਹ ਪੁੰਗਰਦਾ, ਇਸੇ ਤਰ੍ਹਾਂ ਇੱਕ ਬੀਜ ਵਾਂਗ ਅਸੀਂ ਮੰਤਰ ਨੂੰ ਆਪਣੇ ਅੰਦਰ ਲੈ ਕੇ ਜਾਣਾ ਹੈ ਤਾਂ ਕਿ ਸਮਾਂ ਪਾ ਕੇ ਇਹ ਮੰਤਰ ਸਾਡੀ ਹੋਂਦ ਵਿੱਚ ਪ੍ਰਵੇਸ਼ ਕਰ ਜਾਏ। ਸਵੇਰ ਵੇਲੇ ਤੇ ਰਾਤ ਸਮੇਂ ਚੁੱਪਚਾਪ ਬੈਠ ਕੇ 10 ਮਿੰਟ ਇਸ ਮੰਤਰ ਦਾ ਅਭਿਆਸ ਕਰੋ। ਅੱਖਾਂ ਬੰਦ ਹੋਣੀਆਂ ਚਾਹੀਦੀਆਂ ਹਨ। ਜੇ ਮਨ ਪਰੇਸ਼ਾਨ ਹੈ ਤਾਂ ਮੂੰਹ ਜ਼ਬਾਨੀ, ਤੇ ਜੇ ਮਨ ਸ਼ਾਂਤ ਹੈ ਤਾਂ ਬੁੱਲ੍ਹ ਹਿਲਾਉਣ ਤੋਂ ਬਿਨਾਂ ਚੁੱਪਚਾਪ ਮਨ ਅੰਦਰ ਮੰਤਰ ਦਾ ਜਾਪ ਕਰੋ। ਓਮ ਇੱਕ ਯੂਨੀਵਰਸਲ ਮੰਤਰ ਹੈ। ਫਰਜ਼ ਕਰੋ ਤੁਹਾਡਾ ਮੰਤਰ ਵੀ ਓਮ ਹੈ। ਤੁਸੀਂ ਓਮ ਦਾ ਜਾਪ ਕਰੋ। ਮੰਤਰ ਦੀ ਸ਼ਕਤੀ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਤੁਸੀਂ ਦੇਖੋਗੇ ਕਿ 5 ਮਿੰਟ ਵਿੱਚ ਮਨ ਆਪਣੇ ਆਪ ਇੱਕ ਨੁਕਤੇ ਉੱਪਰ ਇਕਾਗਰ ਹੁੰਦਾ ਜਾਏਗਾ। ਇਸ ਇਕਾਗਰਤਾ ਲਈ ਸਾਨੂੰ ਕੋਈ ਯਤਨ ਕਰਨ ਦੀ ਲੋੜ ਨਹੀਂ ਹੋਏਗੀ। ਜਿਹੜੇ ਲੋਕ ਡਰ, ਫਿਕਰ, ਘਬਰਾਹਟ, ਚਿੰਤਾ, ਉਦਾਸੀ ਜਾਂ ਕਿਸੇ ਹੋਰ ਮਨੋਰੋਗ ਕਾਰਨ ਦੁਖੀ ਰਹਿੰਦੇ ਹਨ, ਉਹ ਮੰਤਰ ਦੇ ਜਾਪ ਨਾਲ ਠੀਕ ਹੋ ਸਕਦੇ ਹਨ। ਦਿਨ ਵੇਲੇ ਜਦੋਂ ਵੀ ਸਮਾਂ ਮਿਲੇ ਕੁਝ ਮਿੰਟ ਮੰਤਰ ਦਾ ਜਾਪ ਕਰੋ। ਮੰਤਰ ਦਾ ਜਾਪ ਤੁਰਦੇ ਹੋਏ, ਚਾਹ ਜਾਂ ਕੌਫੀ ਪੀਣ ਸਮੇਂ ਵੀ ਚੁੱਪਚਾਪ ਕੀਤਾ ਜਾ ਸਕਦਾ ਹੈ। ਜੇ ਅਸੀਂ ਆਪਣੇ ਮਨ ਨੂੰ ਮੰਤਰ ਦੇ ਜਾਪ 'ਚ ਲੀਨ ਰੱਖਾਂਗੇ ਤਾਂ ਸਾਡਾ ਮਨ ਫਜ਼ੂਲ ਗੱਲਾਂ ਨਹੀਂ ਸੋਚੇਗਾ। ਭਾਵੇਂ ਬਹੁਤ ਸਧਾਰਨ ਜਿਹਾ ਅਭਿਆਸ ਹੈ, ਪਰ ਇਹ ਸਾਡੀ ਮਾਨਸਿਕ ਅਵਸਥਾ ਦਾ ਰੂਪਾਂਤਰਣ ਕਰਕੇ ਸਾਡੇ ਅੰਦਰ ਬਹੁਤ ਵੱਡਾ ਪਰਿਵਰਤਨ ਲਿਆ ਸਕਦਾ ਹੈ। ਮਨ ਦੇ ਵਿਚਾਰਾਂ ਨੂੰ ਕੰਟਰੋਲ ਕਰਨ ਦਾ ਇਹ ਸਭ ਤੋਂ ਸੌਖਾ ਤੇ ਸ਼ਕਤੀਸ਼ਾਲੀ ਸਾਧਨ ਹੈ। ਅਸੀਂ ਸਾਰੀ ਉਮਰ ਲਗਾਤਾਰ ਕੁਝ ਨਾ ਕੁਝ ਸੋਚਦੇ ਹਾਂ। ਜੇ ਅਸੀਂ ਆਪਣੀ ਸੋਚ ਦਾ ਵਿਸ਼ਲੇਸ਼ਣ ਕਰੀਏ ਤਾਂ ਪਤਾ ਲੱਗੇਗਾ ਕਿ ਸਾਡੇ 99% ਵਿਚਾਰ ਬੇਲੋੜੇ ਹਨ। ਇਹਦਾ ਮਤਲਬ ਹੈ ਕਿ ਸਾਡੀ 99% ਮਾਨਸਿਕ ਸ਼ਕਤੀ ਅਜਾਈਂ ਚਲੀ ਗਈ ਹੈ। ਇਸ ਤਰ੍ਹਾਂ ਸਾਡੇ ਪ੍ਰਾਣਾਂ ਦੇ ਭੰਡਾਰ ਵਿੱਚੋਂ ਬਹੁਤੀ ਸ਼ਕਤੀ ਨਸ਼ਟ ਹੋ ਜਾਂਦੀ ਹੈ। ਜੇ ਇਸ ਪ੍ਰਾਣ ਸ਼ਕਤੀ ਨੂੰ ਸਾਂਭਣ ਦਾ ਸਾਡੇ ਕੋਲ ਕੋਈ ਢੰਗ ਹੋਵੇ ਤਾਂ ਅਸੀਂ ਕਿੰਨੇ ਸ਼ਕਤੀਵਾਨ ਹੋਵਾਂਗੇ। ਹੁਣ ਜੇ ਸਾਨੂੰ ਇਸ ਗੱਲ ਦੀ ਸਮਝ ਲੱਗ ਗਈ ਹੈ ਕਿ ਨੈਗੇਟਿਵ ਸੋਚ ਨਾਲ ਸ਼ਕਤੀ ਅਜਾਈਂ ਚਲੀ ਜਾਂਦੀ ਹੈ ਤੇ ਮੰਤਰ ਦੇ ਜਾਪ ਨਾਲ ਇਹ ਸ਼ਕਤੀ ਇਕੱਠੀ ਹੁੰਦੀ ਹੈ, ਫਿਰ ਸਾਨੂੰ ਮੰਤਰ ਦੇ ਕ੍ਰਿਸ਼ਮੇ ਦਾ ਅਹਿਸਾਸ ਹੋ ਸਕਦਾ ਹੈ। ਸਾਡੇ ਵਿੱਚੋਂ ਕਈਆਂ ਦਾ ਇਰਾਦਾ ਮਜ਼ਬੂਤ ਹੋ ਸਕਦਾ ਹੈ। ਜੇ ਅਸੀਂ ਕੇਵਲ ਮੰਤਰ ਨੂੰ ਆਧਾਰ ਬਣਾ ਕੇ ਮਨ ਨੂੰ ਕੇਂਦਰਿਤ ਕਰੀਏ, ਫਿਰ ਅਸੀਂ ਕਦੇ ਦੁਖੀ ਜਾਂ ਉਦਾਸ ਨਹੀਂ ਹੋ ਸਕਦੇ। ਅਸੀਂ ਆਪਣੇ ਮਨ ਦੀ ਸ਼ਕਤੀ ਦੀ ਗਲਤ ਵਰਤੋਂ ਕਰਦੇ ਹਾਂ, ਜਿਸ ਕਰਕੇ ਸਾਡੀ ਯਾਦਦਾਸ਼ਤ ਧੁੰਦਲੀ ਤੇ ਦਿਲ ਕਮਜ਼ੋਰ ਹਨ। ਜੀਵਨ ਵਿੱਚ ਸਾਨੂੰ ਸਭ ਕੁਝ ਨਿਰਾਸ਼ ਕਰ ਸਕਦਾ ਹੈ, ਪਰ ਅਧਿਆਪਕ ਦਾ ਦਿੱਤਾ ਹੋਇਆ ਮੰਤਰ ਕਦੇ ਵੀ ਨਿਰਾਸ਼ ਨਹੀਂ ਕਰੇਗਾ। ਕੇਵਲ ਠੀਕ ਤਰ੍ਹਾਂ ਇਸ ਮੰਤਰ ਦਾ ਪ੍ਰਯੋਗ ਕਰੋ ਤੇ ਆਪਣੇ ਆਪ ਨੂੰ ਇਸ ਮੰਤਰ ਵਿੱਚ ਲੀਨ ਕਰ ਲਓ। ਤੁਹਾਨੂੰ ਜ਼ਰੂਰ ਸਫਲਤਾ ਮਿਲੇਗੀ। ਧੰਨਵਾਦ। ਅਗਲਾ ਲੇਖ ਸੰਖ ਮੁਖੀ ਮੁਦਰਾ। ਇਸ ਮੁਦਰਾ ਨੂੰ ਭਰਮਰੀ ਪ੍ਰਾਣਾਯਾਮ ਵੀ ਕਿਹਾ ਜਾਂਦਾ ਹੈ। ਇਹ ਆਪਣੇ ਸਾਹ ਨੂੰ ਅੰਦਰ ਕੰਟਰੋਲ ਕਰਨ ਦੀ ਪ੍ਰਾਚੀਨ ਵਿਧੀ ਹੈ। ਇਹ ਅਭਿਆਸ ਮਨ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਹੁਣ ਖੋਜੀਆਂ ਨੇ ਇਹ ਦੱਸਿਆ ਕਿ ਇਸ ਵਿਧੀ ਨਾਲ ਮਾਨਸਿਕ ਤਣਾਅ ਨਾਲ ਸੰਬੰਧਿਤ ਰੋਗ ਜਿਵੇਂ ਕਿ ਬੇਚੈਨੀ, ਚਿੰਤਾ, ਉਦਾਸੀ ਜਾਂ ਉਨੀਂਦਰੇ ਆਦਿ ਪੂਰੀ ਤਰ੍ਹਾਂ ਠੀਕ ਕੀਤੇ ਜਾ ਸਕਦੇ ਹਨ। ਸ਼ੁਰੂ ਕਰਨ ਸਮੇਂ ਜ਼ਮੀਨ ਉੱਪਰ ਜਾਂ ਕੁਰਸੀ ਉੱਪਰ ਇਸ ਤਰ੍ਹਾਂ ਬੈਠੋ ਤਾਂ ਕਿ ਰੀੜ੍ਹ ਦੀ ਹੱਡੀ ਸਿੱਧੀ ਰਹੇ। ਸਰੀਰ ਨੂੰ ਸਿਥਲ ਕਰਨ ਲਈ ਹੌਲੀ-ਹੌਲੀ 2 ਜਾਂ 3 ਵਾਰ ਡੂੰਘੇ ਸਾਹ ਲਓ। ਹੁਣ ਦੋਵੇਂ ਹੱਥਾਂ ਦੇ ਅੰਗੂਠਿਆਂ ਨਾਲ ਦੋਵੇਂ ਕੰਨ ਅਤੇ ਬਾਕੀ ਉਂਗਲੀਆਂ ਨਾਲ ਅੱਖਾਂ ਤੇ ਨੱਕ ਬੰਦ ਕਰੋ। ਫਿਰ ਮੂੰਹ ਰਾਹੀਂ ਡੂੰਘਾ ਸਾਹ ਅੰਦਰ ਖਿੱਚੋ। ਮੂੰਹ ਬੰਦ ਕਰਕੇ ਸਾਹ ਨੂੰ ਅੰਦਰ ਲਗਾਤਾਰ ਇਸ ਤਰ੍ਹਾਂ ਘੁਮਾਓ ਤਾਂ ਕਿ ਸੰਘ ਵਿੱਚੋਂ ਉੱਡਦੀ ਮੱਖੀ ਦੀ ਭਿਣਕਣ ਦੀ ਗੂੰਜ ਵਰਗੀਆਂ ਤਰੰਗਾਂ ਪੈਦਾ ਹੋਣ।
ਅੰਦਰ ਘੁੰਮ ਰਹੇ ਸਾਹ ਦੀ ਆਵਾਜ਼ ਦੀਆਂ ਇਹ ਤਰੰਗਾਂ ਮਨ ਤੱਕ ਪਹੁੰਚਣੀਆਂ ਚਾਹੀਦੀਆਂ ਹਨ। ਇਹਨਾਂ ਆਵਾਜ਼ਾਂ ਦੀਆਂ ਤਰੰਗਾਂ ਦੇ ਪ੍ਰਭਾਵ ਨੂੰ ਆਪਣੇ ਸਿਰ ਅੰਦਰ ਮਹਿਸੂਸ ਕਰੋ। ਇਹ ਸ਼ਕਤੀਸ਼ਾਲੀ ਤਰੰਗਾਂ ਮਨ ਨੂੰ ਪੁਰਾਣੇ ਸੰਸਕਾਰਾਂ ਤੋਂ ਪੂਰੀ ਤਰ੍ਹਾਂ ਸਾਫ਼ ਕਰ ਦਿੰਦੀਆਂ ਹਨ। ਤਕਰੀਬਨ 20 ਸਕਿੰਟ ਬਾਅਦ ਹੌਲੀ-ਹੌਲੀ ਸਾਹ ਨੂੰ ਨੱਕ ਰਾਹੀਂ ਬਾਹਰ ਕੱਢ ਦਿਓ। ਇਸ ਕਿਰਿਆ ਨੂੰ 4 ਜਾਂ 5 ਵਾਰ ਦੁਹਰਾਓ। ਮਾਨਸਿਕ ਤਣਾਅ ਨੂੰ ਕੰਟਰੋਲ ਕਰਨ ਵਾਸਤੇ ਬਹੁਤ ਪ੍ਰਭਾਵਸ਼ਾਲੀ ਵਿਧੀ ਹੈ। ਇਸ ਕਿਰਿਆ ਦਾ ਲੰਬੇ ਸਮੇਂ ਤੱਕ ਅਭਿਆਸ ਕਰਨ ਨਾਲ ਹੌਲੀ-ਹੌਲੀ ਇਹਨਾਂ ਸੂਖਮ ਤਰੰਗਾਂ ਦੇ ਪ੍ਰਭਾਵ ਨਾਲ ਸਾਰੇ ਮਨੋਰੋਗ ਠੀਕ ਹੋ ਸਕਦੇ ਹਨ। ਮਨ ਦੀ ਇਕਾਗਰਤਾ ਵਧਾਉਣ ਲਈ ਵੀ ਇਹ ਬਹੁਤ ਲਾਭਦਾਇਕ ਅਭਿਆਸ ਹੈ। ਫਿਰ ਵੀ ਜੇ ਕਿਸੇ ਦਾ ਗਲਾ, ਅੱਖ ਜਾਂ ਕੰਨ ਦੁਖਦੇ ਹੋਣ ਤਾਂ ਉਹਨੂੰ ਇਸ ਮੁਦਰਾ ਦਾ ਅਭਿਆਸ ਨਹੀਂ ਕਰਨਾ ਚਾਹੀਦਾ। ਧੰਨਵਾਦ। ਡਾਕਟਰ ਅਜੈਬ ਸਿੰਘ ਦੀ ਪੁਸਤਕ ਮਾਨਸਿਕ ਉਲਝਣਾਂ ਤੇ ਸੁਝਾਅ ਦੇ ਦੂਸਰੇ ਭਾਗ ਦਾ ਲੇਖ ਹੈ ਯੋਗਾ ਅਨੁਸਾਰ ਮਾਨਸਿਕ ਤੰਦਰੁਸਤੀ ਦੀ ਵਿਆਖਿਆ। ਭਾਰਤ ਦੇ ਰਿਸ਼ੀਆਂ ਮੁਨੀਆਂ ਦੀ ਵਿਚਾਰਧਾਰਾ ਦੇ ਅਨੁਸਾਰ ਮਨ ਹੀ ਸਾਡੀ ਸਿਹਤ ਦਾ ਆਧਾਰ ਹੈ। ਮਨ ਸਾਡੇ ਸਰੀਰ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ। ਜੇ ਸਾਡਾ ਮਨ ਠੀਕ ਹੈ ਤਾਂ ਸਭ ਕੁਝ ਠੀਕ ਹੈ। ਇਸ ਕਰਕੇ ਸਰੀਰ ਨਾਲੋਂ ਮਾਨਸਿਕ ਤੰਦਰੁਸਤੀ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ। ਮਨ ਸਾਡੇ ਸਰੀਰ ਦਾ ਸਭ ਤੋਂ ਸੂਖਮ ਤੇ ਚੇਤਨ ਤੱਤ ਹੈ। ਯੋਗਾ ਫਿਲਾਸਫੀ ਨੇ ਮਨ ਦੀਆਂ ਸਮੱਸਿਆਵਾਂ ਨੂੰ ਸਮਝਣ ਉੱਪਰ ਬਹੁਤ ਜ਼ੋਰ ਦਿੱਤਾ ਹੈ। ਯੋਗਾ ਅਨੁਸਾਰ ਸਰੀਰ ਅੰਦਰ ਪ੍ਰਗਟ ਹੋਣ ਵਾਲੀ ਹਰ ਬਿਮਾਰੀ ਤੇ ਰੋਗਾਂ ਦੀ ਜੜ ਸਾਡੇ ਮਨ ਅੰਦਰ ਮੌਜੂਦ ਹੈ। ਜਦੋਂ ਮਨ ਅੰਦਰ ਨੈਗੇਟਿਵ ਭਾਵਨਾਵਾਂ ਜਿਵੇਂ ਕਿ ਡਰ, ਫਿਕਰ, ਚਿੰਤਾ, ਨਿਰਾਸ਼ਤਾ, ਉਦਾਸੀ, ਈਰਖਾ ਆਦਿ ਲਗਾਤਾਰ ਘੁੰਮਦੀਆਂ ਹਨ ਤਾਂ ਇਹ ਸਾਡੇ ਸਰੀਰ ਦੀ ਬਹੁਤ ਸਾਰੀ ਸ਼ਕਤੀ ਨਸ਼ਟ ਕਰ ਦਿੰਦੀਆਂ ਹਨ। ਇਹਨਾਂ ਭਾਵਨਾਵਾਂ ਦੇ ਪ੍ਰਭਾਵ ਨਾਲ ਸਾਡਾ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ ਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ। ਜੇ ਸਮੇਂ ਸਿਰ ਇਸ ਵਿਗੜੀ ਹੋਈ ਮਨੋਅਵਸਥਾ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਸ ਦੇ ਨਤੀਜੇ ਵਜੋਂ ਸਰੀਰ ਅੰਦਰ ਕਈ ਘਾਤਕ ਰੋਗ ਜਿਵੇਂ ਕਿ ਬਲੱਡ ਪ੍ਰੈਸ਼ਰ, ਸ਼ੂਗਰ, ਕਬਜ਼, ਜੋੜਾਂ ਦਾ ਦਰਦ, ਚਮੜੀ ਰੋਗ, ਉਨੀਂਦਰਾ ਆਦਿ ਪੈਦਾ ਹੋ ਜਾਂਦੇ ਹਨ। ਫਿਰ ਦਿਨੋਂ ਦਿਨ ਸਾਡੀ ਸਿਹਤ ਖਰਾਬ ਹੁੰਦੀ ਜਾਂਦੀ ਹੈ ਤੇ ਸਾਰਾ ਜੀਵਨ ਦੁੱਖਾਂ ਦਾ ਘਰ ਬਣ ਜਾਂਦਾ ਹੈ। ਇਸ ਕਰਕੇ ਜੇ ਬਿਮਾਰੀ ਦੇ ਚਿੰਨ੍ਹ ਪ੍ਰਗਟ ਹੋਣ ਤੋਂ ਪਹਿਲਾਂ ਹੀ ਇਸ ਮਨੋਅਵਸਥਾ ਦਾ ਯੋਗ ਅਭਿਆਸ ਰਾਹੀਂ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਤਾਂ ਕੋਈ ਵੀ ਬਿਮਾਰੀ ਸਰੀਰ ਅੰਦਰ ਦਾਖਲ ਨਹੀਂ ਹੋ ਸਕਦੀ। ਮਾਨਸਿਕ ਸਵਸਥ ਲਈ ਯੋਗ ਅਭਿਆਸ ਬਹੁਤ ਲਾਭਦਾਇਕ ਹੈ। ਸਾਡਾ ਮਨ ਬਹੁਤ ਵਿਸ਼ਾਲ ਹੈ। ਇਸ ਮਨ ਦੀਆਂ ਕਈ ਪਰਤਾਂ ਹਨ। ਯੋਗਾ ਨੇ ਮਨੁੱਖੀ ਮਨ ਨੂੰ 5 ਸਟੇਜਾਂ ਵਿੱਚ ਵੰਡ ਕੇ ਮਨ ਦੀ ਹਰ ਸਟੇਜ ਦਾ ਬਹੁਤ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਹੈ। ਯੋਗਾ ਅਨੁਸਾਰ ਮਨ ਦੀ ਪਹਿਲੀ ਸਟੇਜ ਮੂਰਖ ਮਨ ਨਾਲ ਸੰਬੰਧ ਰੱਖਦੀ ਹੈ। ਇਸ ਅਵਸਥਾ ਵਿੱਚ ਆਦਮੀ ਸੁਸਤ, ਬੇਹੋਸ਼, ਭੁਲੇਖੇ, ਸ਼ਸ਼ੋਪੰਜ, ਡਰ, ਚਿੰਤਾ ਅਤੇ ਫਿਕਰ 'ਚ ਰਹਿੰਦਾ ਹੈ। ਅਜਿਹੇ ਆਦਮੀ ਦੇ ਮਨ ਦੀ ਸੋਚਣ ਸ਼ਕਤੀ ਬਹੁਤ ਮੱਧਮ ਹੁੰਦੀ ਹੈ। ਉਸਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ। ਉਹ ਹਵਸ, ਗੁੱਸਾ ਤੇ ਲੋਭ ਦੇ ਆਵੇਸ਼ ਵਿੱਚ ਆ ਕੇ ਉਹ ਸਭ ਕੁਝ ਕਰਦਾ ਜਿਹੜਾ ਕਿ ਘਟੀਆ ਤੇ ਅਣਚਾਹਿਆ ਹੁੰਦਾ ਹੈ। ਇਹ ਮਨੁੱਖਤਾ ਤੋਂ ਨੀਵੇਂ ਪੱਧਰ ਦੀ ਅਵਸਥਾ ਹੈ। ਮਨ ਦੀ ਇਸ ਮਨੋਅਵਸਥਾ ਨੂੰ ਸਭ ਤੋਂ ਘਟੀਆ ਸਮਝਿਆ ਜਾਂਦਾ ਹੈ। ਅਜਿਹੇ ਆਦਮੀ ਦੀ ਮਾਨਸਿਕ ਹਾਲਤ ਰੋਗੀ ਤੇ ਚਿੰਤਾਜਨਕ ਹੁੰਦੀ ਹੈ। ਉਸ ਨੂੰ ਸਮਝਾਇਆ ਵੀ ਨਹੀਂ ਜਾ ਸਕਦਾ। ਕਈ ਲੋਕ ਮਨ ਦੀ ਇਸ ਅਵਸਥਾ 'ਤੇ ਰੁਕ ਕੇ ਆਪਣਾ ਸਾਰਾ ਜੀਵਨ ਵਿਅਰਥ ਗੁਆ ਦਿੰਦੇ ਹਨ। ਮਨ ਦੀ ਦੂਜੀ ਬੇਸਮਝ ਸਟੇਜ ਵਿੱਚ ਰਹਿਣ ਵਾਲੇ ਆਦਮੀ ਦਾ ਮਨ ਡੋਲਵਾਂ ਮਤਲਬ ਘੜੀ ਮੁੜੀ ਬਦਲਣ ਵਾਲਾ ਹੁੰਦਾ ਹੈ ਅਤੇ ਉਹ ਲਗਾਤਾਰ ਦੁਨਿਆਵੀ ਖੁਸ਼ੀਆਂ ਲਈ ਬੇਚੈਨ ਰਹਿੰਦਾ ਹੈ। ਇਸ ਅਵਸਥਾ ਵਿੱਚ ਮਨ ਦੇ ਵਿਚਾਰ ਚਾਰੇ ਪਾਸੇ ਘੁੰਮਦੇ ਰਹਿੰਦੇ ਹਨ ਅਤੇ ਮਨ ਕਦੇ ਵੀ ਇੱਕ ਨੁਕਤੇ ਉੱਤੇ ਇਕਾਗਰ ਨਹੀਂ ਹੋ ਸਕਦਾ। ਅਜਿਹਾ ਮਨ ਸਦਾ ਅਸਥਿਰ ਤੇ ਪਰੇਸ਼ਾਨ ਰਹਿੰਦਾ ਹੈ। ਅਜਿਹੇ ਆਦਮੀ ਦੀ ਮਾਨਸਿਕ ਸ਼ਕਤੀ ਬਿਖਰੀ ਹੋਣ ਕਰਕੇ ਉਹ ਕਿਸੇ ਵੀ ਕੰਮ ਨੂੰ ਠੀਕ ਤਰ੍ਹਾਂ ਨਹੀਂ ਕਰ ਸਕਦਾ। ਉਸ ਦਾ ਆਪਣੇ ਆਪ 'ਤੇ ਕੋਈ ਕਾਬੂ ਨਹੀਂ ਹੁੰਦਾ। ਅਜਿਹਾ ਆਦਮੀ ਦੂਸਰਿਆਂ ਪ੍ਰਤੀ ਸਦਾ ਈਰਖਾ ਅਤੇ ਮੰਦ ਭਾਵਨਾ ਨਾਲ ਦੁਖੀ ਹੁੰਦਾ ਰਹਿੰਦਾ ਹੈ। ਉਹ ਦੁੱਖ ਸੁੱਖ, ਚਿੰਤਾ ਅਤੇ ਫਿਕਰ ਦੇ ਭੈੜੇ ਚੱਕਰ 'ਚ ਫਸਿਆ ਰਹਿੰਦਾ ਹੈ।
ਸਾਡੇ ਸਮਾਜ ਦੇ ਬਹੁਤੇ ਲੋਕ ਮਨ ਦੀ ਇਸ ਅਵਸਥਾ ਵਿੱਚ ਹੀ ਵਿਚਰ ਰਹੇ ਹਨ। ਇੱਕ ਆਦਮੀ ਨੂੰ ਨੋਰਮਲ ਅਤੇ ਸਿਹਤਮੰਦ ਤਾਂ ਹੀ ਕਿਹਾ ਜਾ ਸਕਦਾ ਹੈ ਜੇ ਦੂਸਰਿਆਂ ਪ੍ਰਤੀ ਉਹਦਾ ਵਿਵਹਾਰ ਚੰਗਾ, ਸਹਿਯੋਗੀ ਅਤੇ ਇਕਸੁਰ ਹੋਵੇ। ਪਰ ਇਹ ਦੇਖਿਆ ਗਿਆ ਕਿ ਇਸ ਅਵਸਥਾ ਵਿੱਚ ਬਹੁਤ ਸਾਰੇ ਮਾਨਸਿਕ ਵਿਕਾਰ ਜਿਵੇਂ ਕਿ ਗੁੱਸਾ, ਚਿੰਤਾ, ਫਿਕਰ ਆਦਿ ਸਤਾਉਂਦੇ ਰਹਿੰਦੇ ਹਨ। ਯੋਗਾ ਦੇ ਦ੍ਰਿਸ਼ਟੀਕੋਣ ਤੋਂ ਤਾਂ ਇਹ ਸਮਝਿਆ ਜਾਂਦਾ ਹੈ ਕਿ ਅਜਿਹੇ ਆਦਮੀ ਦੀ ਇਹ ਅਵਸਥਾ ਮਾਨਸਿਕ ਤੰਦਰੁਸਤੀ ਤੋਂ ਬਹੁਤ ਦੂਰ ਹੈ। ਇਹ ਅਵਸਥਾ ਯੋਗਾ ਸਿੱਖਣ ਲਈ ਵੀ ਢੁਕਵੀਂ ਨਹੀਂ ਹੈ। ਅਜਿਹੇ ਆਦਮੀ ਦਾ ਕਿਸੇ ਮਨੋਵਿਗਿਆਨੀ ਡਾਕਟਰ ਕੋਲੋਂ ਇਲਾਜ ਕਰਵਾਉਣਾ ਜ਼ਰੂਰੀ ਹੈ। ਮਨ ਦੀ ਤੀਸਰੀ ਮੂੜ ਅਵਸਥਾ ਵਿੱਚ ਆਦਮੀ ਦਾ ਮਨ ਗਿਆਨ, ਇਮਾਨਦਾਰੀ, ਸੱਚਾਈ, ਤਿਆਗ ਅਤੇ ਵਡਿਆਈ ਵੱਲ ਝੁਕਦਾ ਹੈ। ਉਹਦੇ ਮਨ ਵਿੱਚ ਮਾੜੀਆਂ ਭਾਵਨਾਵਾਂ ਜਿਵੇਂ ਕਿ ਹਵਸ, ਗੁੱਸਾ, ਲਾਲਚ, ਮੋਹ ਆਦਿ ਆਉਂਦੀਆਂ ਜ਼ਰੂਰ ਹਨ, ਪਰ ਉਹ ਇਹਨਾਂ ਭਾਵਨਾਵਾਂ ਨੂੰ ਜ਼ਿਆਦਾ ਮਹੱਤਵ ਨਹੀਂ ਦਿੰਦਾ। ਉਹ ਚੰਗੇ ਕਰਮ ਕਰਦਾ ਹੈ ਪਰ ਫਲ ਦੀ ਇੱਛਾ ਨਹੀਂ ਰੱਖਦਾ। ਫਿਰ ਵੀ ਉਹਦੇ ਮਨ ਦੀ ਇਹ ਅਵਸਥਾ ਲਗਾਤਾਰ ਇੱਕੋ ਜਿਹੀ ਨਹੀਂ ਰਹਿੰਦੀ। ਇਸ ਮਨੋ ਅਵਸਥਾ ਵਿੱਚ ਕਦੇ-ਕਦੇ ਔਖੇ ਵੇਲੇ ਉਹਦਾ ਮਾਨਸਿਕ ਸੰਤੁਲਨ ਵਿਗੜਨ ਕਾਰਨ ਉਹ ਅਸ਼ਾਂਤ ਅਤੇ ਅਸਥਿਰ ਵੀ ਹੋ ਜਾਂਦਾ ਹੈ। ਇਸ ਮੂੜ ਅਵਸਥਾ ਵਿੱਚ ਮਨ ਪੂਰੀ ਤਰ੍ਹਾਂ ਕਾਬੂ ਵਿੱਚ ਨਹੀਂ ਰਹਿੰਦਾ, ਪਰ ਆਮ ਤੌਰ 'ਤੇ ਆਦਮੀ ਮਨ ਨੂੰ ਥੋੜ੍ਹਾ ਜਿਹਾ ਇਕਾਗਰ ਕਰਨਾ ਸਿੱਖ ਜਾਂਦਾ ਹੈ। ਠੀਕ ਇਸ ਨੁਕਤੇ ਤੋਂ ਅੰਦਰਲੀਨਤਾ ਮਤਲਬ ਪਰਮ ਆਨੰਦ ਦੀ ਅਵਸਥਾ ਸ਼ੁਰੂ ਹੁੰਦੀ ਹੈ। ਅਜਿਹਾ ਆਦਮੀ ਕੋਸ਼ਿਸ਼ ਕਰਕੇ ਯੋਗਾ ਦੇ ਰਸਤੇ ਉੱਤੇ ਚੱਲ ਸਕਦਾ ਹੈ। ਸਾਡੇ ਵਰਤਮਾਨ ਸਮਾਜ ਵਿੱਚ ਬਹੁਤ ਥੋੜ੍ਹੇ ਲੋਕ ਮਨ ਦੀ ਇਸ ਅਵਸਥਾ ਵਿੱਚ ਹਨ। ਮਨ ਦੀ ਚੌਥੀ ਸਟੇਜ ਇਕਾਗਰ ਮਨ ਨਾਲ ਸੰਬੰਧ ਰੱਖਦੀ ਹੈ। ਇਸ ਅਵਸਥਾ ਵਿੱਚ ਮਨ ਦੇ ਵਿਚਾਰ ਤਕਰੀਬਨ ਖਤਮ ਹੋ ਜਾਂਦੇ ਹਨ ਅਤੇ ਮਨ ਹੀਰੇ ਵਾਂਗ ਸ਼ੁੱਧ ਹੋ ਜਾਂਦਾ ਹੈ। ਯੋਗ ਸਾਧਨਾ ਲਈ ਇਹ ਸਭ ਤੋਂ ਢੁਕਵੀਂ ਅਵਸਥਾ ਹੈ। ਭਾਵੇਂ ਇਸ ਅਵਸਥਾ ਵਿੱਚ ਵੀ ਪਹਿਲਾਂ ਤੋਂ ਵਿਕਸਿਤ ਹੋ ਚੁੱਕੀਆਂ ਆਦਤਾਂ ਮਨ ਅੰਦਰ ਰਹਿੰਦੀਆਂ ਹਨ, ਕਿਉਂਕਿ ਕਿਸੇ ਵੀ ਆਦਤ ਨੂੰ ਛੱਡਣਾ ਬਹੁਤ ਔਖਾ ਕੰਮ ਹੈ। ਕਦੇ-ਕਦੇ ਇਹ ਆਦਤਾਂ ਅਚਾਨਕ ਸਾਧਨਾ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ, ਪਰ ਇਸ ਤਰ੍ਹਾਂ ਕਦੇ-ਕਦਾਈ ਵਾਪਰਦਾ ਹੈ। ਮਨ ਜ਼ਿਆਦਾ ਸਮਾਂ ਇਕਾਗਰ ਰਹਿੰਦਾ ਹੈ। ਅੰਤਰਲੀਨਤਾ ਲਈ ਇਹ ਸਭ ਤੋਂ ਢੁਕਵੀਂ ਅਵਸਥਾ ਹੈ, ਕਿਉਂਕਿ ਮਨ ਦੁਨਿਆਵੀ ਵਸਤੂਆਂ ਤੋਂ ਹਟ ਕੇ ਕੇਵਲ ਇੱਕ ਬਿੰਦੂ ਉੱਤੇ ਇਕਾਗਰ ਹੋ ਸਕਦਾ ਹੈ। ਮਨ ਦੀ ਇਸ ਇਕਾਗਰਤਾ ਨੂੰ ਬਾਕਾਇਦਾ ਅਭਿਆਸ ਨਾਲ ਕਾਇਮ ਰੱਖਿਆ ਜਾ ਸਕਦਾ ਹੈ। ਇਸ ਇਕਾਗਰਤਾ ਨਾਲ ਸਾਡੇ ਅੰਦਰ ਉੱਚੇ ਪੱਧਰ 'ਤੇ ਸ਼ਕਤੀ ਦਾ ਜਾਗਰਣ ਹੁੰਦਾ ਹੈ। ਇਸ ਅਨੁਭਵ ਦੇ ਅਨੁਸਾਰ ਪਹਿਲਾ ਸਾਡੇ ਅੰਦਰ ਵੈਰਾਗ ਦੀ ਭਾਵਨਾ ਆਪਣੇ ਆਪ ਉਤਪੰਨ ਹੁੰਦੀ ਹੈ। ਦੂਜਾ, ਸਾਡੇ ਮਾਨਸਿਕ ਦੁੱਖਾਂ ਦਾ ਖਾਤਮਾ ਹੋ ਜਾਂਦਾ ਹੈ। ਤੀਸਰਾ, ਮੋਹ ਦੇ ਬੰਧਨ ਢਿੱਲੇ ਹੋ ਜਾਂਦੇ ਹਨ। ਚੌਥਾ, ਅੰਤਰ ਧਿਆਨ ਦੀ ਅਵਸਥਾ ਨੂੰ ਉਪਲਬਧ ਹੋਣਾ ਸੌਖਾ ਹੋ ਜਾਂਦਾ ਹੈ। ਭਾਵੇਂ ਇਸ ਮਨੋਵਸਥਾ ਵਿੱਚ ਵੀ ਊਟ-ਪਟਾਂਗ ਵਿਚਾਰ ਅਤੇ ਮਾੜੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਕੰਟਰੋਲ ਨਹੀਂ ਕੀਤਾ ਜਾ ਸਕਦਾ, ਪਰ ਯੋਗਾ ਸਿੱਖਣ ਲਈ ਇਹ ਬਹੁਤ ਢੁਕਵੀਂ ਅਤੇ ਲਾਭਦਾਇਕ ਅਵਸਥਾ ਹੈ। ਮਨ ਦੀ ਪੰਜਵੀਂ ਯੂਨੀਵਰਸਲ ਮਤਲਬ ਸਰਵ ਵਿਆਪਕ ਅਵਸਥਾ ਵਿੱਚ ਮਨ ਦੀਆਂ ਸਾਰੀਆਂ ਭਾਵਨਾਵਾਂ ਪੂਰੀ ਤਰ੍ਹਾਂ ਸੰਜਮ ਅਤੇ ਕੰਟਰੋਲ ਵਿੱਚ ਹੁੰਦੀਆਂ ਹਨ। ਮਨ ਹਰ ਵੇਲੇ ਸਥਿਰ ਅਤੇ ਸ਼ਾਂਤ ਰਹਿੰਦਾ ਹੈ। ਹੁਣ ਮਨ ਦੀ ਲਗਾਤਾਰ ਇਕਾਗਰਤਾ ਨਾਲ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਆਤਮਾ ਅਤੇ ਮਨ ਦੇ ਦਰਮਿਆਨ ਕੀ ਫਰਕ ਹੈ। ਮਨ ਦੀ ਇਸ ਅਵਸਥਾ ਨੂੰ ਵਿਵੇਕ ਕਿਹਾ ਜਾਂਦਾ ਹੈ। ਇਹ ਸਭ ਤੋਂ ਉੱਚੀ ਮਾਨਸਿਕ ਅਵਸਥਾ ਹੈ। ਇਸ ਅਵਸਥਾ ਵਿੱਚ ਮਨ ਸਾਰੀਆਂ ਉਲਝਣਾਂ ਅਤੇ ਪਰੇਸ਼ਾਨੀਆਂ ਤੋਂ ਮੁਕਤ ਹੋ ਕੇ ਪੂਰੀ ਤਰ੍ਹਾਂ ਚੇਤਨ ਹੋ ਜਾਂਦਾ ਹੈ। ਯੋਗਾ ਸਿੱਖਣ ਲਈ ਮਨ ਦੀਆਂ ਪਹਿਲੀਆਂ 2 ਸਟੇਜਾਂ ਬੇਕਾਰ ਹਨ, ਕਿਉਂਕਿ ਇਹਨਾਂ ਸਟੇਜਾਂ ਵਿੱਚ ਕਿਸੇ ਗੱਲ ਨੂੰ ਸਮਝਣ ਦੀ ਸਮਰੱਥਾ ਨਹੀਂ ਹੈ। ਮਨ ਦੀਆਂ ਅਖੀਰਲੀਆਂ 3 ਸਟੇਜਾਂ ਠੀਕ ਹਨ। ਮਨ ਦੀ ਪਹਿਲੀ ਅਤੇ ਦੂਸਰੀ ਅਵਸਥਾ ਵਿੱਚ ਵੱਖ-ਵੱਖ ਮਾਨਸਿਕ ਵਿਕਾਰ ਸਾਨੂੰ ਬਹੁਤ ਤੰਗ ਕਰਦੇ ਹਨ। ਮਾਡਰਨ ਮਨੋਵਿਗਿਆਨ ਨੇ ਅਜੇ ਤੱਕ ਮਨ ਦੀਆਂ ਕੇਵਲ ਪਹਿਲੀਆਂ 3 ਸਟੇਜਾਂ ਦਾ ਅਧਿਐਨ ਕੀਤਾ ਹੈ। ਇਸ ਦੇ ਆਧਾਰ 'ਤੇ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਉਹਨਾਂ ਨੇ ਮਾਨਸਿਕ ਤੰਦਰੁਸਤੀ ਦੇ ਸੰਬੰਧ ਵਿੱਚ ਕੇਵਲ 2 ਸ਼ਬਦ ਨੋਰਮਲ ਅਤੇ ਐਬਨੋਰਮਲ ਵਰਤੇ ਹਨ, ਪਰ ਸੰਪੂਰਨ ਤੰਦਰੁਸਤੀ ਨੂੰ ਕੇਵਲ ਇਹਨਾਂ ਵਿਚਾਰਾਂ ਤੱਕ ਸੀਮਤ ਨਹੀਂ ਰੱਖਿਆ ਜਾ ਸਕਦਾ। ਸੰਪੂਰਨ ਤੰਦਰੁਸਤੀ ਕੇਵਲ ਮਨ ਦੀਆਂ ਅਖੀਰਲੀਆਂ 2 ਸਟੇਜਾਂ ਵਿੱਚ ਹੀ ਗ੍ਰਹਿਣ ਕੀਤੀ ਜਾ ਸਕਦੀ ਹੈ,
ਕਿਉਂਕਿ ਯੋਗਾ ਅਨੁਸਾਰ ਮਨ ਦੀਆਂ ਪਹਿਲੀਆਂ 2 ਸਟੇਜਾਂ ਤਾਂ ਐਬਨੋਰਮਲ ਮੀਨਸ ਨੋਰਮਲ ਤੋਂ ਥੱਲੇ ਹਨ। ਇਸ ਵਿਆਖਿਆ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਯੋਗਾ ਮਨੁੱਖ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਰੱਖ ਕੇ ਉਸ ਦੇ ਮਨ ਦੀ ਹਰ ਸਟੇਜ ਦਾ ਡੂੰਘੇ ਪੱਧਰ 'ਤੇ ਇਲਾਜ ਕਰਦਾ ਹੈ। ਧੰਨਵਾਦ। ਅਗਲਾ ਲੇਖ ਹੈ ਮਹਾਰਿਸ਼ੀ ਪਤੰਜਲੀ ਦੇ ਯੋਗਾ ਸੂਤਰ। ਯੋਗਿਕ ਸਾਹਿਤ ਵਿੱਚ ਪਤੰਜਲੀ ਦੇ ਯੋਗਾ ਸੂਤਰਾਂ ਦਾ ਸਭ ਤੋਂ ਮਹੱਤਵਪੂਰਨ ਸਥਾਨ ਹੈ। ਇਹ ਤਕਰੀਬਨ 200 ਸੂਤਰ ਹਨ। ਇਹਨਾਂ ਸੂਤਰਾਂ ਵਿੱਚ ਮਨੁੱਖੀ ਮਨ, ਜਿਹੜਾ ਕਿ ਸਭ ਝਗੜਿਆਂ ਦੀ ਜੜ੍ਹ ਹੈ, ਨੂੰ ਕੰਟਰੋਲ ਕਰਨ ਦੇ ਸਖਤ ਨਿਯਮ ਦੱਸੇ ਗਏ ਹਨ। ਘੱਟ ਤੋਂ ਘੱਟ ਸ਼ਬਦਾਂ ਵਿੱਚ ਲਿਖੇ ਗਏ ਇਹਨਾਂ ਸੂਤਰਾਂ ਨੂੰ ਸਮਝਣਾ ਕੋਈ ਸੌਖਾ ਕੰਮ ਨਹੀਂ ਹੈ। ਇਹ ਸੂਤਰ ਜਿਸ ਪ੍ਰਾਚੀਨ ਭਾਸ਼ਾ ਵਿੱਚ ਲਿਖੇ ਗਏ ਹਨ, ਉਸ ਭਾਸ਼ਾ ਦੇ ਸ਼ਬਦਾਂ ਦਾ ਅੰਗਰੇਜ਼ੀ ਜਾਂ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰਨਾ ਕਠਿਨ ਕੰਮ ਹੈ। ਵੈਸੇ ਇਹ ਅਨਮੋਲ ਸੂਤਰ ਉਹਨਾਂ ਲੋਕਾਂ ਲਈ ਲਿਖੇ ਗਏ ਹਨ ਜਿਨ੍ਹਾਂ ਨੂੰ ਪਹਿਲਾਂ ਵੀ ਯੋਗਾ ਦਾ ਕੁਝ ਨਾ ਕੁਝ ਗਿਆਨ ਹੈ। ਹਰ ਵਿਅਕਤੀ ਸਮੁੱਚੇ ਮਨ ਨੂੰ ਆਪਣੇ ਵੱਸ ਵਿੱਚ ਕਰਨ ਲਈ ਇਹ ਸੂਤਰ ਵਰਤ ਸਕਦਾ ਹੈ। ਇੱਥੇ ਕੇਵਲ ਮਨ ਨੂੰ ਕਾਬੂ ਕਰਨ ਵਾਲੇ ਕੁਝ ਖਾਸ ਸੂਤਰਾਂ ਨੂੰ ਚੁਣ ਕੇ ਉਹਨਾਂ ਦਾ ਸੌਖੀ ਭਾਸ਼ਾ ਵਿੱਚ ਭਾਵ ਅਰਥ ਵਰਣਨ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ ਆਮ ਵਿਅਕਤੀ ਲਾਭ ਉਠਾ ਸਕੇ। ਇਹਨਾਂ ਸੂਤਰਾਂ ਦਾ ਸੰਬੰਧ ਉਸ ਚਾਹਵਾਨ ਵਿਅਕਤੀ ਨਾਲ ਹੈ ਜਿਹੜਾ ਕਿ ਪੂਰੀ ਸ਼ਰਧਾ ਤੇ ਦ੍ਰਿੜ ਇਰਾਦੇ ਨਾਲ ਯੋਗ ਅਭਿਆਸ ਕਰਨਾ ਚਾਹੁੰਦਾ ਹੈ। ਇਹ ਵਿਅਕਤੀ ਉੱਪਰ ਨਿਰਭਰ ਕਰਦਾ ਹੈ ਕਿ ਉਹ ਆਪਣੇ ਮਨ ਨੂੰ ਕਿੱਥੋਂ ਤੱਕ ਕੰਟਰੋਲ ਕਰਨਾ ਚਾਹੁੰਦਾ ਹੈ। ਇਹਨਾਂ ਸੂਤਰਾਂ ਦਾ ਵਿਸਥਾਰ ਬਹੁਤ ਜ਼ਿਆਦਾ ਹੈ, ਇਸ ਕਰਕੇ ਇਹਨਾਂ ਨੂੰ ਜਲਦਬਾਜ਼ੀ ਨਾਲ ਨਹੀਂ ਸਮਝਿਆ ਜਾ ਸਕਦਾ। ਹਰ ਸਾਧਕ ਪਹਿਲਾਂ ਮਨ ਨੂੰ ਇਕਸੁਰ ਕਰਨ ਵਾਲੀਆਂ ਸੌਖੀਆਂ ਵਿਧੀਆਂ ਸਿੱਖਣ ਦੀ ਕੋਸ਼ਿਸ਼ ਕਰੇ। ਜਿਵੇਂ ਜਿਵੇਂ ਉਹਦਾ ਮਨ ਸ਼ੁੱਧ ਤੇ ਸ਼ਾਂਤ ਹੁੰਦਾ ਜਾਏਗਾ, ਫਿਰ ਉਹ ਹੌਲੀ ਹੌਲੀ ਹੋਰ ਉੱਚੇ ਢੰਗਾਂ ਨਾਲ ਪ੍ਰਯੋਗ ਕਰ ਸਕਦਾ ਹੈ। ਇਸ ਤਰ੍ਹਾਂ ਯੋਗਾ ਦੇ ਮਾਰਗ ਉੱਪਰ ਚੱਲਦਿਆਂ ਉਸ ਨੂੰ ਬਹੁਤ ਸਾਰੀਆਂ ਸਿੱਧੀਆਂ ਅਤੇ ਆਤਮਕ ਸ਼ਕਤੀਆਂ ਵੀ ਪ੍ਰਾਪਤ ਹੋ ਸਕਦੀਆਂ ਹਨ, ਪਰ ਇਹਨਾਂ ਦਾ ਪ੍ਰਯੋਗ ਕਰਨਾ ਮਨ੍ਹਾ ਹੈ। ਇਹਨਾਂ ਸਿੱਧੀਆਂ ਤੋਂ ਇਲਾਵਾ ਸ਼ੁਰੂ ਵਿੱਚ ਹੀ ਸਾਧਕ ਨੂੰ ਕਈ ਹੋਰ ਲਾਭ ਹੋ ਸਕਦੇ ਹਨ, ਜਿਵੇਂ ਕਿ ਰੋਜ਼ਾਨਾ ਜੀਵਨ ਵਿੱਚ ਉਹਦਾ ਮਨ ਹਰ ਮੌਕੇ ਸ਼ਾਂਤ ਰਹੇਗਾ, ਮਨ ਦਾ ਦਵੰਦ ਖਤਮ ਹੋ ਜਾਏਗਾ, ਉਹ ਕਦੀ ਵੀ ਉਦਾਸ ਨਹੀਂ ਹੋਏਗਾ, ਉਹਦਾ ਸਰੀਰ ਹਲਕਾ ਅਤੇ ਫੁਰਤੀਲਾ ਰਹੇਗਾ, ਉਹਨੂੰ ਨੀਂਦ ਵੀ ਚੰਗੀ ਆਏਗੀ। ਸੋ ਯੋਗਾ ਅਭਿਆਸ ਸਾਧਕ ਦੇ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਦਿੰਦਾ ਹੈ। ਉਸ ਦੀ ਸ਼ਖਸੀਅਤ ਵਿੱਚ ਕਈ ਨਵੇਂ ਸਥਾਈ ਗੁਣ ਸਮਾ ਜਾਂਦੇ ਹਨ ਅਤੇ ਉਹ ਹਰ ਪ੍ਰਕਾਰ ਦੇ ਮਨੋਰੋਗਾਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਂਦਾ ਹੈ। ਸੂਤਰ 1, ਯੋਗਾ ਦਾ ਮੰਤਵ ਕੀ ਹੈ? ਸਭ ਤੋਂ ਪਹਿਲਾਂ ਸਾਡੇ ਲਈ ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ ਕਿ ਅਸਲ ਵਿੱਚ ਯੋਗਾ ਦਾ ਕੀ ਮੰਤਵ ਹੈ। ਇਸ ਗੱਲ ਨੂੰ ਸਪਸ਼ਟ ਕਰਕੇ ਫਿਰ ਅਸੀਂ ਦ੍ਰਿੜ ਇਰਾਦੇ ਨਾਲ ਯੋਗਾ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰ ਸਕਦੇ ਹਾਂ, ਐਵੇਂ ਨਹੀਂ। ਸੂਤਰ 2, ਯੋਗਾ ਮਨ ਦੇ ਵਿਚਾਰਾਂ ਨੂੰ ਕੰਟਰੋਲ ਕਰਨ ਦਾ ਵਿਗਿਆਨ ਹੈ। ਪਤੰਜਲੀ ਦਾ ਇਹ ਸੂਤਰ ਯੋਗਾ ਦਾ ਮੂਲ ਸੱਤ ਹੈ। ਅਸੀਂ ਕਿਸੇ ਵੀ ਢੰਗ ਨਾਲ ਆਪਣੇ ਮਨ ਨੂੰ ਸ਼ਾਂਤ ਕਰਨਾ ਹੈ। ਮਨ ਸ਼ਾਂਤ ਉਸ ਵੇਲੇ ਸਮਝਿਆ ਜਾਂਦਾ ਹੈ ਜਦੋਂ ਕਿ ਚੰਗੇ ਅਤੇ ਮਾੜੇ ਸਭ ਵਿਚਾਰਾਂ ਤੋਂ ਮੁਕਤ ਹੋ ਜਾਂਦਾ ਹੈ। ਅਸੀਂ ਆਪਣੇ ਅੰਦਰ ਇਸ ਡੂੰਘੀ ਚੁੱਪ ਦੀ ਅਵਸਥਾ ਨੂੰ ਪ੍ਰਾਪਤ ਕਰਨਾ ਹੈ। ਅਸੀਂ ਆਪਣੀ ਇੱਛਾ ਅਨੁਸਾਰ ਮਨ ਉੱਤੇ ਕਾਬੂ ਪਾਉਣ ਦੇ ਸਮਰੱਥ ਬਣਨਾ ਹੈ। ਜਦੋਂ ਮਨ ਸਾਡੇ ਕੰਟਰੋਲ 'ਚ ਆ ਜਾਂਦਾ ਹੈ ਤਾਂ ਸਾਡੇ ਅੰਦਰ ਇੱਕ ਸੁਰਤਾ ਸਥਾਪਿਤ ਹੋ ਜਾਂਦੀ ਹੈ। ਹੁਣ ਅਸੀਂ ਸੌਖੀ ਤਰ੍ਹਾਂ ਜੀਵਨ 'ਚ ਅੱਗੇ ਵੱਧ ਸਕਦੇ ਹਾਂ। ਸੂਤਰ 3, ਸ਼ਾਂਤ ਮਨ ਨਾਲ ਆਪਣੇ ਕੁਦਰਤੀ ਸੁਭਾਅ ਤੋਂ ਜਾਣੂ ਹੋਵੋ। ਇਸ ਸੂਤਰ ਵਿੱਚ ਪਤੰਜਲੀ ਯੋਗਾ ਦਾ ਮੰਤਵ ਤੇ ਉਹਨੂੰ ਪ੍ਰਾਪਤ ਕਰਨ ਦੇ ਢੰਗ ਵੱਲ ਇਸ਼ਾਰਾ ਕਰਦਾ ਹੈ। ਯੋਗ ਅਭਿਆਸ ਆਪਣੇ ਕੁਦਰਤੀ ਸੁਭਾਅ ਤੋਂ ਜਾਣੂ ਹੋਣ ਲਈ ਕੀਤਾ ਜਾਂਦਾ ਹੈ। ਇਸ ਕੰਮ ਲਈ ਵਰਤਿਆ ਜਾਣ ਵਾਲਾ ਢੰਗ ਹੈ ਮਨ ਦੀ ਚੁੱਪ ਅਵਸਥਾ। ਆਮ ਤੌਰ 'ਤੇ ਸਾਡੇ ਮਨ ਅੰਦਰ ਦੱਬੀਆਂ ਹੋਈਆਂ ਭਾਵਨਾਵਾਂ ਦੇ ਊਟ-ਪਟਾਂਗ ਵਿਚਾਰ ਘੁੰਮਦੇ ਰਹਿੰਦੇ ਹਨ, ਜਿਹੜੇ ਕਿ ਸਾਡੀ ਉਦਾਸੀ ਅਤੇ ਚਿੰਤਾ ਦਾ ਮੁੱਖ ਕਾਰਨ ਹਨ। ਅਜਿਹਾ ਵਿਚਾਰਾਂ ਵਿੱਚ ਰੁੱਝਿਆ ਹੋਇਆ ਮਨ ਇਹ ਨਹੀਂ ਜਾਣ ਸਕਦਾ ਕਿ ਮਨ ਤੋਂ ਪਾਰ ਕੀ ਹੈ। ਕੇਵਲ ਚੁੱਪ ਮਨ ਨਾਲ ਹੀ ਅਸੀਂ ਆਪਣੇ ਕੁਦਰਤੀ ਸੁਭਾਅ ਤੋਂ ਜਾਣੂ ਹੋ ਸਕਦੇ ਹਾਂ। ਸੂਤਰ 4, ਆਪਣੀ ਪਛਾਣ ਮਨ ਦੇ ਵਿਚਾਰਾਂ ਨਾਲ ਨਹੀਂ ਕਰਨੀ। ਜਦੋਂ ਆਦਮੀ ਆਪਣੇ ਮਨ ਦੇ ਵਿਚਾਰਾਂ ਅਤੇ ਭਾਵਨਾਵਾਂ ਵਿੱਚ ਉਲਝਿਆ ਹੁੰਦਾ ਹੈ ਤਾਂ ਉਹਨੂੰ ਲੱਗਦਾ ਹੈ ਕਿ ਉਹ ਭਾਵਨਾਵਾਂ ਹੀ ਅਸਲ ਚੀਜ਼ ਹਨ।
ਇਹ ਭਾਵਨਾਵਾਂ ਹੀ ਉਹਨੂੰ ਉਹਦਾ ਅਸਲੀ ਸੁਭਾਅ ਪ੍ਰਗਟ ਕਰਦੀਆਂ ਹਨ। ਅਸਲ ਵਿੱਚ ਜਦੋਂ ਮਨ ਦੇ ਸਾਰੇ ਵਿਚਾਰ ਖਤਮ ਜਾਂ ਮੱਧਮ ਹੋ ਜਾਂਦੇ ਹਨ, ਕੇਵਲ ਫੇਰ ਹੀ ਉਹ ਮਨ ਤੋਂ ਪਾਰ ਆਨੰਦ ਨੂੰ ਉਪਲਬਧ ਹੋ ਸਕਦਾ ਹੈ। ਸੂਤਰ 5 ਅਭਿਆਸ ਅਤੇ ਵੈਰਾਗ ਨਾਲ ਮਨ ਨੂੰ ਕਾਬੂ ਕਰਨਾ। ਅਭਿਆਸ ਦਾ ਮਤਲਬ ਹੈ ਕਿ ਕਿਸੇ ਵਿਧੀ ਨੂੰ ਸਿੱਖਣ ਲਈ ਬਾਕਾਇਦਾ ਲੰਬੇ ਸਮੇਂ ਤੱਕ ਪ੍ਰੈਕਟਿਸ ਕਰਨੀ, ਤੇ ਵੈਰਾਗ ਦਾ ਮਤਲਬ ਹੈ ਕਿਸੇ ਚੀਜ਼ ਨਾਲ ਨਾਤਾ ਨਾ ਜੋੜਨਾ। ਮਨ ਨੂੰ ਕੰਟਰੋਲ ਕਰਨ ਲਈ ਅਭਿਆਸ ਅਤੇ ਵੈਰਾਗ ਦੋਹਾਂ ਦੀ ਲੋੜ ਹੈ। ਇਹ ਦੋਵੇਂ ਇੱਕ ਦੂਜੇ ਉੱਪਰ ਨਿਰਭਰ ਕਰਦੇ ਹਨ। ਇਸ ਕਰਕੇ ਨਿਸ਼ਾਨੇ ਤੱਕ ਪਹੁੰਚਣ ਲਈ ਦੋਹਾਂ ਨੂੰ ਅਪਣਾਉਣ ਦੀ ਲੋੜ ਹੈ। ਸੂਤਰ 6 ਅਭਿਆਸ ਹਮੇਸ਼ਾ ਸ਼ਰਧਾ ਨਾਲ ਕਰੋ। ਮਨ ਨੂੰ ਕੰਟਰੋਲ ਕਰਨਾ ਇੱਕ ਬਹੁਤ ਵੱਡਾ ਅਤੇ ਔਖਾ ਕੰਮ ਹੈ। ਇਸ ਦੇ ਮੁਕਾਬਲੇ ਦੁਨਿਆਵੀ ਧਨ, ਦੌਲਤ ਜਾਂ ਪ੍ਰਸਿੱਧੀ ਪ੍ਰਾਪਤ ਕਰਨੀ ਬਹੁਤ ਸੌਖਾ ਕੰਮ ਹੈ। ਕੇਵਲ ਮਨ ਨਾਲ ਲੰਬੀ ਅਤੇ ਸਖਤ ਲੜਾਈ ਲੜ ਕੇ ਮਨ ਉੱਪਰ ਵਿਜੈ ਪ੍ਰਾਪਤ ਕੀਤੀ ਜਾ ਸਕਦੀ ਹੈ। ਹਰ ਰੋਜ਼ 10 ਮਿੰਟ ਅਭਿਆਸ ਕਰਨਾ ਕਾਫੀ ਨਹੀਂ ਹੈ। ਸਾਨੂੰ ਸਾਰਾ ਦਿਨ ਹਰ ਮੌਕੇ ਆਪਣੇ ਮਨ ਦੇ ਵਿਚਾਰਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਨ ਨੂੰ ਚੁੱਪ ਕਰਾਉਣ ਲਈ ਸਾਨੂੰ ਨਿਰੰਤਰ ਜਦੋਜਹਿਦ ਕਰਦੇ ਰਹਿਣਾ ਚਾਹੀਦਾ ਹੈ। ਜੇ ਅਸੀਂ ਕਦੇ-ਕਦੇ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਥੋੜ੍ਹੀ ਸਫਲਤਾ ਮਿਲੇਗੀ, ਪਰ ਯੋਗਾ ਦੇ ਦ੍ਰਿਸ਼ਟੀਕੋਣ ਤੋਂ ਜਦੋਂ ਅਸੀਂ 100% ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਉਚਿਤ ਨਤੀਜਾ ਮਿਲੇਗਾ। ਜਦੋਂ ਕੋਈ ਆਦਮੀ ਸ਼ਰਧਾ ਨਾਲ ਆਪਣੇ ਮਨ ਦੇ ਵਿਚਾਰਾਂ ਨੂੰ ਕੰਟਰੋਲ ਕਰਨ ਦਾ ਅਭਿਆਸ ਕਰਦਾ ਹੈ ਤਾਂ ਹੌਲੀ-ਹੌਲੀ ਇਹ ਉਹਦਾ ਜੀਵਨ ਮਾਰਗ ਬਣ ਜਾਂਦਾ ਹੈ। ਸੂਤਰ 7 ਸਦਾ ਸੰਤੁਸ਼ਟ ਰਹੋ। ਮਨ ਉੱਪਰ ਜਿੱਤ ਪ੍ਰਾਪਤ ਕਰਨ ਲਈ ਪੱਕਾ ਨਿਯਮ ਇਹ ਹੈ ਕਿ ਆਪਣੇ ਆਪ ਨੂੰ ਸੰਤੁਸ਼ਟ ਰੱਖੋ। ਅਸੰਤੁਸ਼ਟ ਵਿਅਕਤੀ ਦੀ ਮਾਨਸਿਕ ਅਵਸਥਾ ਰੋਗੀ ਹੋ ਜਾਂਦੀ ਹੈ। ਜੇ ਮਨ ਰੋਗੀ ਹੈ ਤਾਂ ਸਾਧਨਾ ਕਰਨੀ ਅਸੰਭਵ ਹੈ। ਇਸ ਕਰਕੇ ਯੋਗਾ ਦੇ ਮਾਰਗ ਉੱਤੇ ਚੱਲਦਿਆਂ ਆਪਣੇ ਆਪ ਨੂੰ ਸੰਤੁਸ਼ਟ ਰੱਖਣ ਦਾ ਬਾਕਾਇਦਾ ਅਭਿਆਸ ਕਰੋ। ਪਤੰਜਲੀ ਦੇ ਇਹਨਾਂ ਯੋਗਾ ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਯੋਗਾ ਦਾ ਅਸਲੀ ਮੰਤਵ ਮਨ ਨੂੰ ਚੇਤ ਅਤੇ ਅਚੇਤ ਪੱਧਰ 'ਤੇ ਸ਼ਾਂਤ ਕਰਨਾ ਹੈ, ਤਾਂ ਜੋ ਮਨੁੱਖ ਆਪਣੇ ਅਸਲੀ ਸੁਭਾਅ ਨੂੰ ਗ੍ਰਹਿਣ ਕਰ ਸਕੇ। ਉੱਪਰ ਦੱਸੇ ਗਏ ਸੂਤਰਾਂ ਦੇ ਅਨੁਸਾਰ ਹੌਲੀ-ਹੌਲੀ ਮਨ ਸਭ ਵਿਚਾਰਾਂ ਤੋਂ ਪੂਰੀ ਤਰ੍ਹਾਂ ਸ਼ਾਂਤ ਹੋ ਜਾਂਦਾ ਹੈ। ਸ਼ਾਂਤ ਮਨ ਵਾਲਾ ਆਦਮੀ ਜੀਵਨ ਦੇ ਸਭ ਦੁੱਖਾਂ ਤੋਂ, ਰੋਗਾਂ ਤੋਂ ਮੁਕਤ ਹੋ ਜਾਂਦਾ ਹੈ। ਪਤੰਜਲੀ ਨੇ ਮਨ ਦੀ ਇਸ ਅਵਸਥਾ ਨੂੰ ਕੈਵਲਿਆ ਕਿਹਾ ਹੈ। ਇਹ ਮਨ ਦੀ ਸਭ ਤੋਂ ਉੱਚੀ ਅਵਸਥਾ ਹੈ। ਸਾਡੇ ਲਈ ਯੋਗਾ ਦਾ ਮੰਤਵ ਇਸ ਅਵਸਥਾ ਨੂੰ ਪ੍ਰਾਪਤ ਕਰਨਾ ਹੈ। ਧੰਨਵਾਦ।